ये है खुद अपनियां तैयार कीतियां हुई दवाइयां है ना। आ देख सकते हो भी ये चीज़ जिहड़े खरल वगैरह रखे हुए ने बनाने वास्ते, वो चीज़ां सो ये है वैद जी का दवाखाना। तो ये दवाइयां जिहड़ियां पीस के रखिया हुई ने नाल दी नाल तैयार कीतियां जांदियां ने। ते तुसी देखो सारियां इत्थे खुद ही तैयार करके मरीज़ां नूं पीण लैंदियां ने। नहीं नहीं वो सॉरी, गुरबाणी दी एक तुक है कि जो जो दिसे सो सो रोगी, रोग रहत मेरा सतगुर योगी। सो इसे लड़ीवार प्रोग्राम के तहत अज आपां दुबारा पिंडर कलां पिंड दे विच पहुंचे आ वैद कमलजीत सिंह जी के कोल। तो अज आपां उन्हां तों जाणांगे कि मौजूदा संदर्भ दे विच किहड़े रोगां तो ग्रस्त पेशेंट उन्हां दे कोल आउंदे ने ते की समस्यावां ने सेहत नूं लैके। ते जिहड़े ये रोग वध रहे ने, फैल रहे ने, प्रफुल्लित हो रहे ने, उहदे पिछे कारण की है। अज बस अपना मेन मकसद ये होएगा। वैद जी वाहिगुरू जी का खालसा वाहिगुरू जी की फतेह। वैद जी जिवें गुरबाणी दी तुक है ना, जो जो दिसे सो सो रोगी ते रोग रहत मेरा सतगुर योगी। वो तो चलो बहुत उच्ची अवस्था की गल है। तो जे उस अवस्था को सारे ही प्राप्त कर लैन तो मेरा ख्याल है फिर संसार अमरापुरी बन जाए तो उस परमात्मा की खेड भी किते ना किते खत्म हो जाए, ना कोई मरे ना कोई जमे। सो जे आप इन्होंने चीज़ों भी रिलेट करके अज के विग्यानक युग में परखीए तो इन्होंने दोवों चीज़ों का निखेड़ करना किते बहुत मुश्किल जापदा मैनू। तो अज आप गल करते हैं कि तुहाडे कोल पेशेंट आउंदे ने, मेन पेशेंट किहड़े रोग दे हुंदे ने? क्योंकि मेन तो जिहड़ियां मन्नियां गईयां ने शुगर हो गया, बीपी हो गया और होर इस तो इलावा कई रोग बीमारियां ने जिन्हां दे पेशेंट तुहाडे कोल आउंदे होणगे। इन्हां दे विचों जिहड़ी मेजर बीमारी किहड़ी आ और ज़्यादा पेशेंट किहड़े आउंदे ने तुहाडे कोल शुगर दे, बीपी दे? भैन जी सत श्री अकाल जी, बहुत बहुत धन्यवाद तुहाडा बुलाउण दा साडे कोल इत्थे जी। बाहर जिहड़े मरीज हुण इस टाइम ते आ रहे ने लेडीज़ दे विच बच्चेदानी रसोई दा बहुत ही ज़्यादा है जी। ये छोटियां छोटियां बच्चियां नूं होया पिया वा बहुत ज़्यादा है। अज तो पहलों भी 5-4 साल 10 साल पहलों पानी वाली रसोईयां होंदियां सी, जिहड़ा कि पानी वाली रसोई बहुत घट आ, हुण मास वाली रसोई आ। ਉਹਨੂੰ ਬਹੁਤ ਮੁਸ਼ਕਿਲ ਦੇ ਨਾਲ ਠੀਕ ਹੋ ਜਾਂਦੀ ਆ। ਉਹ ਭੈਣ ਜੀ ਬੜੇ ਮੁਸ਼ਕਿਲਾਂ ਦੇ ਵਿੱਚ ਕੋਈ ਕਿੱਧਰ ਭੱਜਦਾ, ਕੋਈ ਆਪਰੇਸ਼ਨ ਕਿਸ ਤਰ੍ਹਾਂ ਕਰਾਉਂਦਾ ਵਾ, ਆਪਰੇਸ਼ਨ ਕਰਾ ਲੈਂਦੇ, ਕੋਈ ਸਫਾਈ ਕਰਾ ਲੈਂਦੇ, ਦੁਬਾਰਾ ਫੇਰ ਹੋ ਜਾਂਦੀਆਂ ਵਾ। ਇਹਦਾ ਪੱਕਾ ਟ੍ਰੀਟਮੈਂਟ ਵਧੀਆ ਹੋ ਜਾਂਦਾ ਵਾ। ਉਸ ਤੋਂ ਬਿਹਤਰ ਇਹ ਆ ਵੀ ਅਸੀਂ ਆਪ ਹੀ ਖਿਆਲ ਰੱਖੀਏ ਦਾ ਇਹ ਇਹਨਾਂ ਚੀਜ਼ਾਂ ਤੋਂ ਬਚਿਆ ਜਾ ਸਕੇ, ਬਿਮਾਰੀਆਂ ਤੋਂ। ਸਾਨੂੰ ਡਾਕਟਰਾਂ ਦੇ ਚੱਕਰ ਨਾ, ਡਾਕਟਰਾਂ ਵੈਦਾਂ ਕੋਲ ਨਾ ਜਾਣਾ ਪਵੇ। ਜਦੋਂ ਸਾਡੇ ਬੱਚੇ ਹੁੰਦੇ ਆ, ਜਿਹੜੀਆਂ ਸਾਡੀਆਂ ਮਾਤਾਵਾਂ ਸੀ ਪਹਿਲੀਆਂ ਬੜੀਆਂ ਸਾਰੀਆਂ ਮਾਤਾਵਾਂ ਸਿਆਣੀਆਂ ਸੀ, ਬੱਚੇ ਨਹੀਂ ਸੁਣਦੇ ਸੀ, ਬੱਚੇ ਵਿਹਲੇ ਸੀ ਉਦੋਂ। ਹੁਣ ਨਾ ਤਾਂ ਮਾਤਾਵਾਂ ਦਾ ਕੋਲ ਟਾਈਮ ਦੱਸਣ ਦਾ, ਨਾ ਬੱਚੇ ਹੀ ਵਿਹਲੇ ਆ, ਕਿਉਂਕਿ ਬੱਚਿਆਂ ਨੇ ਮੋਬਾਈਲ ਹੋ ਗਏ ਹਰ ਕੋਲੇ, ਉਹਨਾਂ ਨੇ ਗੇਮਾਂ ਖੇਡਣੀਆਂ ਮੋਬਾਈਲਾਂ 'ਤੇ ਲੱਗਿਆ, ਕਿਸੇ ਮਾਂ ਪਿਓ ਦੀ ਗੱਲ ਨਹੀਂ ਸੁਣਦੇ। ਜਦੋਂ ਲੜਕੀ ਨੂੰ ਵੀ 12, 13, 14, 15 ਸਾਲ ਤੱਕ ਜਦੋਂ ਮੈਂਸੇਜ ਆਉਣੀ ਸ਼ੁਰੂ ਹੁੰਦੀ ਆ, ਉਹਦੇ ਸਰੀਰ ਦੇ ਵਿੱਚ ਬਹੁਤ ਗਰਮੈਸ਼ ਤਪਸ਼ ਹੋ ਜਾਂਦੀ ਆ। ਉਹ ਕੀ ਕਰਦੇ ਆ, ਠੰਡਾ ਪਾਣੀ, ਠੰਡੀਆਂ ਚੀਜ਼ਾਂ ਖਾਣੀਆਂ। ਇਹਦੇ ਨਾਲ ਹੌਲੀ ਹੌਲੀ ਜਿਵੇਂ ਆਪਾਂ ਅੱਗ ਦੇ ਉੱਤੇ ਪਾਣੀ ਪਾਉਂਦੇ ਆ ਨਾ, ਉਵੇਂ ਧੂੰਆਂ ਨਿਕਲਦਾ ਵਾ। ਇਸੇ ਤਰ੍ਹਾਂ ਹੀ ਜਦੋਂ ਆਪਾਂ ਅੰਦਰ ਠੰਡਾ ਪਾਣੀ ਜ਼ਿਆਦਾ ਵਾ, ਅਗਨੀ ਬਹੁਤ ਤੇਜ਼ ਹੁੰਦੀ ਉਦੋਂ। ਉਹ ਤੇ ਠੰਡ ਹੋਣ ਦੇ ਨਾਲ ਅੰਦਰ ਮਤਲਬ ਜਿਹੜੇ ਸੈਸਟ ਜਿਵੇਂ ਪੀਸ ਹੋਣੇ ਸ਼ੁਰੂ ਹੋ ਜਾਂਦੇ ਆ, ਉਦੋਂ ਬਾਅਦ ਰਸੌਲੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ। ਉਹ ਬੱਚੇ ਵੀ ਆਪਦੇ ਮਾਂ ਪਿਓ ਉਦੋਂ ਨਹੀਂ ਦੱਸਦੇ ਗੇ। ਕਈਆਂ ਬੱਚਿਆਂ ਦੇ ਪੇਨ ਬਹੁਤ ਹੋਣ ਲੱਗ ਜਾਂਦੀ ਆ, ਕਿਉਂਕਿ ਜੇ ਟਾਈਮ ਦੇ ਨਾਲ ਬੱਚੇ ਆਪਦੇ ਮਾਂ ਪਿਓ ਨੂੰ ਦੱਸਦੇ ਨੇ ਬੱਚੀਆਂ, ਅਤੇ ਮਾਂ ਪਿਓ ਥੋੜ੍ਹੀ ਜਿਹੀ ਗੌਰ ਕਰ ਲੈਣ ਮਾਤਾ, ਅਤੇ ਉਹ ਠੀਕ ਛੇਤੀ ਹੋ ਜਾਂਦੇ ਆ। ਉਹ ਫਿਰ ਮੁਸ਼ਕਿਲ ਦੇ ਬਾਅਦ ਦੇ ਵਿੱਚ ਜਦੋਂ 25-26 ਸਾਲ ਦੀ ਮੈਰਿਜ ਹੁੰਦੀ ਆ, ਫਿਰ ਉਹ ਬਹੁਤ ਵੱਡੀਆਂ ਮੁਸ਼ਕਿਲਾਂ ਬਣ ਜਾਂਦੀਆਂ ਵਾ। ਰਸੌਲੀਆਂ ਬਣ ਜਾਂਦੀਆਂ ਵਾ, ਆਪਰੇਸ਼ਨ ਕਰਾਉਂਦੇ ਆ, ਬਹੁਤ ਕੁਛ ਉਹਨਾਂ ਕਰਨਾ ਪੈਂਦਾ ਜੀ। ਜਿਹੜਾ ਕਿ ਆਪਾਂ ਹਰਬਲ ਮੈਡੀਸਨ ਆਪਾਂ ਤਿਆਰ ਖੁਦ ਕਰਦੇ ਹਾਂ, ਆਪਣੇ ਕੋਲ ਬਹੁਤ ਹੀ ਜ਼ਿਆਦਾ ਮਰੀਜ਼ ਆਉਂਦਾ ਰਸੌਲੀ ਵਾਲਾ। ਪਹਿਲੇ ਤਾਂ ਜਿਉਂ ਤੋਂ ਕੰਮ ਕਰਦੇ ਹਾਂ ਜੀ ਆਪਾਂ, ਮੁੱਢ ਤੇ ਰਸੌਲੀ ਵਾਲਾ ਇੰਨਾ ਮਰੀਜ਼ ਆਉਂਦਾ, ਕਿਉਂਕਿ ਰਿਜ਼ਲਟ ਮੰਗਦੇ ਦੀ ਮੈਨੂੰ ਬਹੁਤ ਵਧੀਆ ਸਾਨੂੰ ਮਿਲਦਾ। ਤਕਰੀਬਨ ਹਰ ਇੱਕ ਮਰੀਜ਼ ਠੀਕ ਹੁੰਦਾ ਹੀ ਹੈ ਰਸੌਲੀ ਵਾਲਾ।
ਸਾਡੇ ਦਾ ਮਰੀਜ਼ ਜੁੜ ਜਾਵੇ। ਜੁੜਨ ਦਾ ਮਤਲਬ ਕੀ ਹੈ, ਜਦੋਂ ਮਰੀਜ਼ ਕਿਤੇ ਵੀ ਜਾਂਦਾ ਡਾਕਟਰ ਕੋਲ, ਚਾਹੇ ਹਫ਼ਤਾ 2 ਹਫ਼ਤੇ ਦਵਾਈ ਖਾਂਦਾ, ਜਦੋਂ ਕਿ ਆਂਢ ਗੁਆਂਢ ਕੋਈ ਹੋਰ ਸੱਜਣ ਮਿੱਤਰ ਕੋਈ ਦੱਸ ਦਿੰਦਾ ਫਲਾਣੇ ਥਾਂ ਦਵਾਈ ਦਿੰਦਾ ਵਾ, ਉੱਥੇ ਉੱਠ ਜਾਂਦਾ ਮਰੀਜ਼, ਉਹ ਠੀਕ ਨਹੀਂ ਹੁੰਦਾ ਗਾ। ਕਿਸੇ ਵੀ ਤੁਸੀਂ ਵੈਦ ਡਾਕਟਰ ਕੋਲ ਜਾਣਾ, ਲਗਾਤਾਰ ਮੈਡੀਸਨ ਵਰਤੋ, ਮਹੀਨਾ 2 ਮਹੀਨੇ ਜਿੰਨੇ ਵੀ ਡਾਕਟਰ ਕਹਿੰਦਾ 3 ਕਹਿੰਦਾ, ਉਸ ਟਾਈਮ 'ਤੇ ਤੁਸੀਂ ਉਹਨਾਂ ਚਿਰ ਦਵਾਈ ਉਹ ਵਰਤੋ, ਤੁਹਾਡੇ ਜ਼ਰੂਰ ਜਿਹੜਾ ਰਸੌਲੀਆਂ ਦਾ ਮਸਲਾ ਹੱਲ ਹੋ ਜਾਊਗਾ। ਆਂਡੇ ਨਹੀਂ ਬਣਦੇ ਗਏ, ਟਿਊਬਾਂ ਬਲੋਕੇਜ ਆ, ਉਹ ਸਾਰੀਆਂ ਹੀ ਖੁੱਲ੍ਹ ਜਾਂਦੀਆਂ ਵਾ, ਕੋਈ ਮੁਸ਼ਕਲ ਗੱਲ ਨਹੀਂ ਇਹਦੇ ਵਿੱਚ। ਸੋ ਇਹ ਤਾਂ ਬੜੀ ਵੱਡੀ ਸਮੱਸਿਆ ਜਿਹੜੀ ਆ ਰਹੀ ਹੈ ਰਸੌਲੀਆਂ ਦੀ, ਜਿਵੇਂ ਵੈਦ ਜੀ ਨੇ ਦੱਸਿਆ, ਔਰ ਕਾਰਨ ਵੀ ਉਹਨਾਂ ਨੇ ਦੱਸਿਆ ਵੀ ਕਿਸ ਕਾਰਨ ਕਰਕੇ ਹੁੰਦੀ ਆ। ਅਲਰਜੀ ਕਰਕੇ ਹੁੰਦੀ ਆ, ਅਣਗਹਿਲੀ ਹੁੰਦੀ ਆ। ਇਹ ਵਿੱਚ ਕਈ ਵਾਰੀ ਪਤਾ ਕੀ ਹੁੰਦਾ, ਜਿਵੇਂ ਤੁਸੀਂ ਕਿਹਾ ਕਿ ਬੱਚੀਆਂ ਦੱਸਦੀਆਂ ਨਹੀਂ ਹੈਗੀਆਂ, ਇੱਕ ਬੜਾ ਨਾ ਉਹ ਬਣਿਆ ਹੈਗਾ, ਇੱਕ ਮਿੱਥ ਜੀ ਬਣੀ ਹੈਗੀ ਕਿ ਇੱਦਾਂ ਦੀਆਂ ਗੱਲਾਂ ਕਰਨੀਆਂ ਨਹੀਂ, ਨਾ ਮਾਂ ਬਾਪ ਕਰਦੇ, ਨਾ ਉਹ ਮਤਲਬ ਬੱਚੀਆਂ ਕਰਦੀਆਂ ਹੈਗੀਆਂ ਨੇ, ਸਮੱਸਿਆ ਦੱਸਦੀਆਂ ਨਹੀਂ ਹੈਗੀਆਂ। ਅਤੇ ਜਿੰਨੀ ਦੇਰ ਗਾਈਡੈਂਸ ਨਹੀਂ ਉਹਨਾਂ ਨੂੰ ਮਿਲਦੀ ਪ੍ਰੋਪਰ, ਜਦੋਂ ਅਡਲਟਸ ਪੀਰੀਅਡ ਦੇ ਵਿੱਚ ਆਉਂਦੀਆਂ, ਅਤੇ ਮਾਵਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀਆਂ ਬੱਚੀਆਂ ਨੂੰ ਇਸ ਚੀਜ਼ ਦੇ ਬਾਰੇ ਦੇ ਵਿੱਚ ਅਗਾਹ ਕਰਨ, ਉਹਨਾਂ ਨੂੰ ਜਿਹੜਾ ਦੱਸਣ ਕਿ ਇਹਦਾ ਫਰਦਰ ਇਹਦੇ ਨਾਲ ਕਿਵੇਂ ਨਜਿੱਠਣਾ ਹੈਗਾ। ਤੋ ਜਿੱਥੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਿੱਥੇ ਜ਼ਿਆਦਾਤਰ ਅਣਗਹਿਲੀ ਦਾ ਸਿੱਟਾ ਇਹ ਨਿਕਲਦਾ। ਦੂਸਰਾ ਵੈਸੇ ਜੀ ਆਪਾਂ ਜਿਵੇਂ ਸ਼ੂਗਰ ਦੀ ਗੱਲ ਕੀਤੀ ਹੈ, ਸ਼ੂਗਰ ਦੇ ਕਿੰਨੇ ਕੁ ਮਰੀਜ਼ ਹੁੰਦੇ, ਸ਼ੂਗਰ ਦਾ ਮੇਨ ਰੀਜ਼ਨ ਕੀ ਆ ਵੀ ਕਿ ਸਾਡਾ ਜਿਹੜਾ ਪ੍ਰੋਪਰ ਸਾਡੀ ਡਾਇਟ ਹੈ ਉਹਦੇ ਵਿੱਚ ਸ਼ੂਗਰ ਦੀ ਮਾਤਰਾ ਕਿਹੜੇ ਖਾਣੇ ਦੇ ਵਿੱਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ। ਪਹਿਲਾਂ ਤਾਂ ਆਪਾਂ ਇਹ ਦੱਸੀਏ ਮਰੀਜ਼ਾਂ ਨੂੰ ਕਿ ਸ਼ੂਗਰ ਦਾ ਕਾਰਨ ਕੀ ਹੈ। ਸ਼ੂਗਰ ਦਾ ਕਾਰਨ ਇਹ ਦੇਖੋ, ਸ਼ੂਗਰ ਹਰ ਇੱਕ ਚੀਜ਼ ਦੇ ਵਿੱਚ ਹੀ ਹੁੰਦੀ ਹੈ ਜੀ। ਹਾਂਜੀ। ਸ਼ੂਗਰ ਮੇਨ ਆਪਾਂ ਨੂੰ ਉਦੋਂ ਬਣਨੀ ਜਦੋਂ ਆਪਣੀ ਪੈਂਕਰੀਆ ਖਰਾਬ ਹੋ ਜਾਂਦੀ ਹੈ ਜੀ ਜੀ, ਉਦੋਂ ਸ਼ੂਗਰ ਬਣਨੀ ਸ਼ੁਰੂ ਹੋ ਜਾਂਦੀ ਹੈ। ਇੰਸੂਲਿਨ ਜ਼ਿਆਦਾ ਬਣਦੀ ਆ, ਉਹਦੇ ਕਾਰਨ ਉਹਦੇ ਆਪਾਂ ਜਿਵੇਂ ਮਿੱਠੀਆਂ ਚੀਜ਼ਾਂ ਕੱਚੀਆਂ ਵੱਧ ਖਾਣੀਆਂ। ਜੀ, ਜਿਹੜਾ ਮਿੱਠਾ ਕੱਚਾ ਉਹ ਥੋੜ੍ਹਾ ਜਿਹਾ ਆਪਣੇ ਸਿਹਤ ਲਈ ਹਾਨੀਕਾਰਕ, ਜਿਹੜਾ ਪੱਕਾ ਮਿੱਠਾ ਉਹ ਆਪਾਂ ਖਾ ਸਕਦੇ ਹਾਂ, ਗੁੜ ਵਧੀਆ ਬਣਿਆ ਹੋਵੇ ਆਪਾਂ ਉਹਨੂੰ ਇਸਤੇਮਾਲ ਕਰ ਸਕਦੇ ਹਾਂ। ਜਿਹੜੀ ਖੰਡ ਆ, ਖੰਡ ਅਸੀਂ ਖਾਈ ਜਾਂਦੇ ਜ਼ਰੂਰ, ਪਰ ਇਹ ਹੱਡੀਆਂ ਨੂੰ ਖੂਰਦੀ ਆ, ਨੁਕਸਾਨ ਦੀ। ਇਹ ਕੱਚੇ ਮਿੱਠੇ ਚੱਲਦੇ? ਹਾਂ ਜੀ, ਕੱਚੇ 'ਚ ਆ ਜਾਂਦੀ ਹੈ ਜੀ। ਤੁਸੀਂ ਆਮ ਘਰਾਂ 'ਚ ਸੁਣਿਆ ਨਾ, ਜਦੋਂ ਆਪਣੇ ਕੋਈ ਪਸ਼ੂ ਮੱਝ ਕੋਈ ਸੁੰਦੀ ਆ ਨਾ, ਜਦੋਂ ਮੱਝ ਉਹਨੂੰ ਆਪਣੇ ਘਰਾਂ 'ਚ ਕੀ ਕਰਦੇ ਆ ਵੀ ਖੰਡ ਦਾ ਦਿੰਦੇ ਆ ਕਾੜਾ ਬਣਾ ਕੇ ਵੀ ਦੁੱਧ ਵੱਧ ਜਾਵੇ, ਉਹ ਖਾਰ ਇੰਨੀ ਪਾਉਂਦੀ ਆ, ਅਤੇ ਅਸੀਂ ਰੋਜ਼ ਖੰਡ ਪੀਂਦੇ ਹਾਂ। ਮੇਨ ਇਹ ਕੱਚੀਆਂ ਚੀਜ਼ਾਂ ਦਾ ਸਾਡਾ ਕਾਰਨ ਆ। ਬਾਕੀ ਪਾਚਨ ਕਿਰਿਆ ਦਾ ਸਾਡੀ ਨਹੀਂ ਸਹੀ ਹੁੰਦੀ, ਅਸੀਂ ਗਲਤ ਚੀਜ਼ਾਂ ਖਾਣੀਆਂ, ਫਰਿੱਜ ਦੀਆਂ ਚੀਜ਼ਾਂ ਖਾਣੀਆਂ, 5-5, 10-10 ਦਿਨ ਪੁਰਾਣੀਆਂ, ਉਹਨੂੰ ਫਰੀਜ਼ ਕਰਕੇ ਰੱਖਣਾ ਫਿਰ ਖਾਣਾ, ਉਹ ਸਭ ਉਹਦੇ ਵਿੱਚ ਜੋ ਐਰ ਹੁੰਦੇ ਉਹ ਖਤਮ ਹੋ ਜਾਂਦੇ ਫਰਿੱਜ ਦੇ ਵਿੱਚ, ਉਹ ਜੈਡ ਹੋ ਜਾਂਦੇ, ਉਹ ਖਾਣ ਯੋਗ ਨਹੀਂ ਰਹਿੰਦੇ, ਪਰ ਉਹ ਖਾਈ ਜਾਂਦੇ ਆ। ਮੇਨ ਇਹ ਚੀਜ਼ਾਂ ਖਾਣ ਦਾ, ਫਿਰ ਤਲਿਆ ਚੀਜ਼ਾਂ ਖਾਣੀਆਂ, ਫਾਸਟ ਫੂਡ ਖਾਣੇ ਆ। ਜਿਹੜੇ ਫਲ ਦਾ ਕੋਈ ਵੀ ਫਲ ਆਪਾਂ ਖਾਣੇ, ਜੂਸ ਕੱਢ ਕੇ ਪੀਣੇ, ਉਹਦਾ ਹੋਰ ਅਸਰ ਆ। ਵੈਸੇ ਜੂਸ ਤੋਂ ਬਿਨਾਂ ਵੀ ਫਲ ਖਾਣਾ ਚਾਹੀਦਾ, ਡਾਇਰੈਕਟ ਫਲ ਖਾਓ, ਸਭ ਤੋਂ ਵਧੀਆ। ਉਹਦੇ ਨਾਲ ਦੀ ਕੋਈ ਰੀਸ ਨਹੀਂ ਗੀ, ਤੁਹਾਨੂੰ ਪੂਰਾ ਉਹ ਦੇਊਗਾ, ਬੋਡੀ ਵਧੀਆ ਤੰਦਰੁਸਤ ਰਹੂਗੀ। ਫਿਰ ਸ਼ੂਗਰ ਦੇ ਜਿਵੇਂ ਟੀਕੇ ਵੀ ਲੱਗਣੇ ਸ਼ੁਰੂ ਹੋ ਜਾਂਦੇ ਜੀ। ਟੀਕਾ ਤਕਰੀਬਨ 1 ਹਫ਼ਤੇ ਦੇ ਵਿੱਚ ਮਰੀਜ਼ ਦੇ ਟੀਕਾ ਲੱਗਣੋਂ ਹਟ ਜਾਂਦਾ ਜੀ। ਵੈਸੇ 2-3 ਦਿਨ 'ਚ ਹੀ ਹਟ ਜਾਂਦਾ, ਪਰ ਆਪਾਂ 1 ਹਫ਼ਤਾ ਮਰੀਜ਼ ਤੋਂ ਲਈਦਾ। ਅਤੇ ਜਿਹੜੀ ਕੋਈ ਗੋਲੀ ਲੈਂਦਾ ਕੋਈ ਵੀ ਸ਼ੂਗਰ ਵਾਸਤੇ, ਉਹ ਵੀ ਕੋਈ 2-4 ਦਿਨ ਦੇ ਵਿੱਚ ਗੋਲੀ ਲੈਣੀ ਬੰਦ ਹੋ ਜਾਂਦੀ ਆ। ਉਹ ਆਪਾਂ ਜਦੋਂ ਮੈਡੀਸਨ ਦਿੰਦੇ ਹਾਂ ਸ਼ੂਗਰ ਦੀ, 3 ਤੋਂ 4 ਮਹੀਨੇ ਖਾਣੀ ਪੈਂਦੀ ਆ। ਇਹਦੇ 'ਚ ਪੈਂਕਰੀਆ ਚੱਲ ਵੀ ਸਕਦੀ ਹੈ, ਨਹੀਂ ਵੀ ਚੱਲ ਸਕਦੀ। ਇੱਥੇ ਮੈਂ ਤੁਹਾਨੂੰ ਇੱਕ ਟੋਕਣਾ ਚਾਹਾਂਗੀ, ਥੋੜ੍ਹਾ ਮਾਫ਼ ਕਰਨਾ। ਜਿਹੜੀ ਆਪਾਂ ਸ਼ੂਗਰ ਦੀ ਗੱਲ ਕਰਦੇ ਹਾਂ ਵੀ ਸ਼ੂਗਰ, ਚਲੋ ਜ਼ਿਆਦਾਤਰ ਜਿਹੜੀ ਖੰਡ ਹੈ ਜਿਹੜੀ ਬਣਦੀ ਹੈ, ਆਰਡੀਨਰੀ ਖੰਡ ਹੈ ਜਿਹੜੀ, ਉਹਦੇ ਨਾਲ ਚੀਨੀ ਦੇ ਨਾਲ ਸ਼ੂਗਰ ਜ਼ਿਆਦਾ ਵੱਧਦੀ, ਜਾਂ ਜਿਹੜੇ ਫਰੂਟਾਂ ਦੀ ਗੱਲ ਕੀਤੀ, ਕਈ ਹੁਣ ਜਿਵੇਂ ਡਾਕਟਰ ਕਹਿੰਦੇ ਕਿ ਵੀ ਅੰਬ ਬੰਦ ਕਰਤਾ ਜੀ, ਕੇਲਾ ਬੰਦ ਕਰਤਾ ਮਰੀਜ਼ ਨੂੰ। ਜੇ ਨੈਚੁਰਲ ਜਿਹੜਾ ਮਿੱਠਾ ਹੈਗਾ, ਸ਼ੂਗਰ ਹੈਗੀ ਇਹਨਾਂ ਚੀਜ਼ਾਂ ਦੇ ਵਿੱਚੋਂ ਮਿਲਦੀ, ਕਿ ਉਹ ਵੀ ਓਨਾ ਹੀ ਪ੍ਰਭਾਵ ਪਾਉਂਦੀ ਇਹਨਾਂ ਖੰਡ ਪਾਉਂਦੀ ਹੈ, ਉਸੇ ਤਰੀਕੇ ਨਾਲ ਕੰਮ ਕਰਦੀ ਹੈ? ਇਹ ਸਭ ਖਾ ਸਕਦਾ ਮਰੀਜ਼ ਹੈ? ਦੇਖੋ, ਸਭ ਤੋਂ ਜਿਹੜਾ ਮਿੱਠਾ ਕੱਚਾ ਵਾ, ਮੇਨ ਖੰਡ ਨਹੀਂ ਪਾਉਣਾ ਜੀ ਆਪਾਂ। ਜਿਹੜੀ ਚਾਹ ਬਾਰ-ਬਾਰ ਪੀਣੀ ਆ, ਇਹਨਾਂ ਚੀਜ਼ਾਂ ਨਾਲ ਵਧਦੀ। ਜਿਹੜਾ ਫਲ ਕੁਦਰਤ ਨੇ, ਜਿਹੜੀ ਕੋਈ ਵੀ ਫਲ ਦੀ ਕੁਦਰਤੀ ਦੇਣ ਆ, ਉਹ ਇੰਨਾ ਆਪਾਂ ਨੂੰ ਕਰਦੀ ਨਹੀਂ ਨੁਕਸਾਨ, ਪਰ ਆਪਾਂ ਰੋਕ ਦਿੰਦੇ ਜ਼ਰੂਰ ਮਰੀਜ਼ ਨੂੰ, ਪਰ ਉਹਦੇ ਸ਼ੂਗਰ ਥੋੜ੍ਹੀ ਕੰਟਰੋਲ ਹੋ ਜਾਂਦੀ ਹੈ ਆਪਾਂ ਫਲ ਰੋਕਦਾ। ਉਹਦੇ ਸ਼ੂਗਰ ਨਹੀਂ ਕੰਟਰੋਲ ਹੁੰਦੀ। ਜਿਹੜਾ ਕੁਦਰਤੀ ਫਲ ਆ ਆਪਾਂ ਉਹਨੂੰ ਖਾ ਸਕਦੇ ਹਾਂ, ਤਰੀਕੇ ਨਾਲ ਖਾ ਸਕਦੇ ਹਾਂ, ਥੋੜ੍ਹਾ ਖਾ ਲਓ, ਉਸ ਤਰ੍ਹਾਂ ਆਪਾਂ ਵਰਤ ਸਕਦੇ ਹਾਂ। ਜਿਵੇਂ ਕਈ ਫਲ ਹੁੰਦੇ ਵੀ ਆਪਾਂ ਜਿਵੇਂ ਜਾਮਨ ਬਹੁਤ ਵਰਤ ਸਕਦੇ ਸ਼ੂਗਰ ਦੇ ਵਿੱਚ, ਇਸ ਤਰ੍ਹਾਂ ਬਹੁਤ ਤਰ੍ਹਾਂ ਦੇ ਫਲ ਜਿਹੜੇ ਆਪਾਂ ਵਰਤ ਸਕਦੇ ਹਾਂ ਸ਼ੂਗਰ ਦੇ ਵਿੱਚ। ਜਦੋਂ ਆਪਾਂ ਮੈਡੀਸਨ ਦਿੰਦੇ ਹਾਂ ਸ਼ੂਗਰ ਵਾਲੀ, ਆਪਾਂ ਜਿਹੜੀ ਆਪਦੀ ਮੈਡੀਸਨ ਤਿਆਰ ਕੀਤੀ ਵੀ ਆ, ਆਪਾਂ ਉਹਨੂੰ ਮੁੜ ਕੇ ਮਿੱਠਾ ਵੀ ਸ਼ੁਰੂ ਕਰ ਦਿੰਦੇ ਹਾਂ ਥੋੜ੍ਹਾ ਕਰਕੇ, ਪਰ ਖਾਣੇ ਵਾਲੇ ਫਲ ਹੀ ਆ, ਹਰ ਇੱਕ ਤਰ੍ਹਾਂ ਦੇ ਫਲ ਖਾਣੇ ਆ ਨੇ। ਬਾਕੀ ਦੂਜਾ ਕੱਚਾ ਮਿੱਠਾ ਉਹ ਉਹਦਾ ਬੰਦ ਕਰ ਦੇਣਾ। ਗੁੜ ਦੀ ਚਾਹ ਪੀ ਸਕਦਾ ਵਾ, ਗੁੜ ਦਾ ਇਸਤੇਮਾਲ ਕਰ ਸਕਦਾ ਵਾ। ਇੱਕ ਹੋਰ ਵੈਦ ਜੀ, ਜਿਹੜੀ
ਜਿਹੜੀ ਵੀਟ ਹੈ ਮਤਲਬ ਜਿਹੜਾ ਹਾਂਜੀ। ਕਣਕ ਹੈ, ਹਾਂਜੀ। ਕਣਕ ਦੇ ਵਿੱਚ ਜਦੋਂ ਆਪਾਂ ਆਟਾ ਗੁੰਨਦੇ ਹਾਂ ਉਹਦਾ ਹਾਂਜੀ। ਲੇਸ ਜੀ ਨਿਕਲਦੀ ਜਿਹੜੀ, ਜਿਹਨੂੰ ਮਤਲਬ ਡਾਕਟਰੀ ਭਾਸ਼ਾ ਦੇ ਵਿੱਚ ਕਿਹਾ ਜਾਂਦਾ ਕਿ ਗਲੂਕਨ-ਡੀ। ਹਾਂਜੀ ਹਾਂਜੀ ਤੇ ਗਲੂਕਨ-ਡੀ ਦਾ ਮਤਲਬ ਹੀ ਹੈ ਸ਼ੂਗਰ, ਮਿਠਾਸ। ਇਹਦਾ ਮਤਲਬ ਕਣਕ ਦੇ ਵਿੱਚ ਵੀ ਕਲੋਟੀਨ, ਇਹਦਾ ਮਤਲਬ ਵੀ ਉਹਦੇ ਵਿੱਚ ਗਲੋਟੀਨ ਜੇ ਕਣਕ ਦੇ ਵਿੱਚ ਹੈ, ਮਿੱਠਾ ਹੈ, ਤਾਂ ਇਹਦਾ ਮਤਲਬ ਉਹ ਸ਼ੂਗਰ ਕਰਦੀ ਹੈ ਦੇਖੋ ਕਣਕ। ਜੀ, ਸ਼ੂਗਰ ਹਰ ਇੱਕ ਚੀਜ਼ 'ਚ ਹੈਗੀ ਹੈ। ਜੀ ਹਰ ਇੱਕ ਚੀਜ਼ ਦੇ ਵਿੱਚ ਹੁੰਦੇ ਤਕਰੀਬਨ ਕੁਦਰਤ ਨੇ ਕੋਈ ਵੀ ਜਿਹੜੀ ਚੀਜ਼ ਬਣਾਈ ਆ ਉਹਦੇ ਵਿੱਚ ਹਰ ਇੱਕ ਐਰ ਹੁੰਦਾ ਹੀ ਹੁੰਦਾ ਵਾ, ਕਿਸੇ 'ਚ ਵੱਧ ਹੁੰਦਾ, ਕਿਸੇ 'ਚ ਘੱਟ ਹੁੰਦਾ ਵਾ। ਜਿਵੇਂ ਕਣਕ ਦਾ ਵਾ, ਆਪਾਂ ਕਣਕ ਦਾ ਜਿਵੇਂ ਸੂੜਾ ਹੁੰਦਾ ਵਾ, ਛਾਣੀ ਨਾਲ ਛਾਣਦੇ ਆ, ਸੂੜਾ ਸਿੱਟ ਦਿੰਦੇ ਆ, ਜਿਹੜਾ ਕਿ ਮੇਨ ਸੂੜਾ ਹੀ ਖਾਣ ਵਾਲਾ ਹੁੰਦਾ ਵਾ। ਜੀ ਸਭ ਤੋਂ ਵਧੀਆ ਉਹਦੇ ਵਿੱਚ ਉਤਲੇ ਫਰਕ ਦੇ ਵਿੱਚ ਤੱਤ ਹੁੰਦੇ ਆ। ਜਿਹੜਾ ਵਿੱਚ ਮੈਦਾ ਹੁੰਦਾ ਵਾ ਉਹ ਇਹਨਾਂ ਆਪਣੇ ਸਰੀਰ ਨੂੰ ਚੰਗਾ ਲਾਭ ਰੱਖਣ ਦਾ ਹਾਨੀਕਾਰਕ ਕਿਉਂਕਿ ਜਾਂਦਾ ਜਾ ਕੇ ਅੰਦਰ ਜੀ ਆਪਣੇ, ਉਹ ਇਸਤੇਮਾਲ ਨਹੀਂ ਕਰਨਾ ਚਾਹੀਦਾ। ਸੋ ਇੱਥੇ ਕਹਿਣ ਦਾ ਮਤਲਬ ਇਹ ਹੈ ਕਿ ਦਰਸ਼ਕੋ ਕਿ ਆਪਣੇ ਵੈਦ ਜੀ ਦਾ ਕਿ ਜਦੋਂ ਤੁਸੀਂ ਆਟਾ ਪਿਸਾਉਂਦੇ ਹੋ ਜਾਂ ਲੈਂਦੇ ਹੋ, ਕਿਉਂਕਿ ਸ਼ਹਿਰਾਂ ਦੇ ਵਿੱਚ ਤਾਂ ਦੇਖਿਆ ਹੁਣ ਉਹ ਪ੍ਰੋਸੈਸਿੰਗ ਜਿਹੜਾ ਫੂਡ ਚੱਲਦਾ ਪਿਆ ਉਹ ਕਈ ਮਹੀਨਿਆਂ ਦਾ ਪੀਸਿਆ ਹੋਇਆ ਆਟਾ, ਬਸ ਉਹ ਬ੍ਰੈਂਡ ਲਾਇਆ ਹੁੰਦਾ। ਫਿਰ ਚੈੱਕ ਕਰੋ ਵੀ ਉਹਦੇ ਵਿੱਚ ਚੋਕਰ ਹੈ। ਸੋ ਚੋਕਰ ਦਾ ਮਤਲਬ ਉਹੀ ਜਿਹੜਾ ਸੂੜਾ ਇਹਨਾਂ ਨੇ ਵੈਜ ਨੇ ਕਿਹਾ ਬੂਰਾ ਹੁੰਦਾ, ਜਿਹੜਾ ਕਣਕ ਦਾ ਛਿਲਕਾ ਜਿਹੜਾ ਹੁੰਦਾ, ਔਰ ਉਹ ਫਾਈਬਰ ਦਾ ਕੰਮ ਕਰਦਾ। ਸੋ ਉਹ ਇੱਦਾਂ ਦਾ ਤੁਹਾਨੂੰ ਆਟਾ ਲੈਣਾ ਚਾਹੀਦਾ, ਯੂਜ਼ ਕਰਨਾ ਚਾਹੀਦਾ। ਬੈਟਰ ਕੋਸ਼ਿਸ਼ ਇਹੀ ਕਰੋ, ਬੈਟਰ ਇਹੀ ਹੈ ਕਿ ਜੇਕਰ ਤੁਸੀਂ ਆਪਣੀ ਕਣਕ ਲੈ ਕੇ ਉਹਨੂੰ ਧੋ ਸਵਾਰ ਕੇ ਚੰਗਾ ਬਿਠਾਉਂਦੇ, ਮੋਟਾ ਬਿਠਾਇਆ ਜਾਵੇ, ਨਹੀਂ ਵੈਜ ਜੀ ਮੋਟਾ ਆਟਾ ਬਿਠਾ ਕੇ ਤੇ ਉਹਨੂੰ ਮਤਲਬ ਉਹਦੇ ਵਿੱਚੋਂ ਅੱਛਾ ਜੇ ਉਹ ਜਿਹੜੇ ਚੋਕਰ ਹੈ ਜਿਹਨੂੰ ਸੋੜਾ ਕਹਿੰਦੇ ਆ ਉਹਦੇ ਵਿੱਚ ਗਲੂਟਨ ਘੱਟ ਹੁੰਦਾ ਜੀ, ਅੱਛਾ ਉਹਦੇ ਵਿੱਚ ਘੱਟ ਹੁੰਦਾ। ਜਿਵੇਂ ਆਪਾਂ ਵਿੱਚ ਇਹਦੇ ਥੋੜਾ ਜਿਹਾ ਬਾਜਰੇ ਦਾ ਵੀ ਆਟਾ ਪਾ ਸਕਦੇ ਹਾਂ ਜੀ ਜੀ ਇਹਦੇ ਵਿੱਚ, ਜੀ। ਤੇ ਬਾਕੀ ਇਹਨਾਂ ਆਪਾਂ ਛੋਲਿਆਂ ਦਾ ਪਾ ਲਓ। ਹਾਂਜੀ ਹਾਂਜੀ। ਤੇ ਇਹ ਬਣਾਓ ਆਪਦਾ, ਕਿਸੇ ਕੰਪਨੀ ਦਾ ਬਣਾ ਲਓ ਤੁਸੀਂ, ਆਪ ਚੀਜ਼ਾਂ ਸਭ ਮਿਲ ਜਾਂਦੀਆਂ ਆਪਾਂ ਨੂੰ। ਆਪਦੀਆਂ ਚੀਜ਼ਾਂ ਇਹ 'ਚ ਪਾ ਕੇ ਤੁਸੀਂ ਵਰਤ, ਜੌਂ ਪਾ ਲਓ ਵਿੱਚ ਇਹਦੇ, ਜੀ ਮੱਕੀ ਪਾ ਲਓ, ਜੀ ਜੀ, ਤੇ ਇਸ ਤਰ੍ਹਾਂ ਸਭ ਥੋੜ੍ਹਾ ਪਾ ਕੇ ਸਾਰਾ ਉਹਦਾ ਬਣਾ ਲਓ ਜੀ। ਅੱਛਾ ਆਪਾਂ ਫਿਰ ਉੱਥੇ ਹੀ ਆਉਂਦੇ ਹਾਂ, ਕਿਉਂਕਿ ਮੈਂ ਜ਼ਿਆਦਾਤਰ ਫੋਕਸ ਉਸ ਚੀਜ਼ 'ਤੇ ਹੋਣਾ ਚਾਹੁੰਦੀ ਜਿਹੜੀ ਤੁਸੀਂ ਉਹਦੀ ਆਪਣੀ ਦੀ ਯੂਟਰਸ ਦੀ ਗੱਲ ਕੀਤੀ ਸੀਗੀ, ਰਸੌਲੀ ਦੀ, ਹੈ ਨਾ, ਕਿਉਂਕਿ ਉਹ ਬਹੁਤ ਅੱਜ ਸਮੱਸਿਆ ਵੱਡੀ ਬਣੀ ਪਈ ਆ ਲੋਕਾਂ ਦੇ ਵਿੱਚ। ਅਤੇ ਉਹਦੇ ਵਿੱਚ ਪਰਹੇਜ਼ ਕੀ ਕਰਨੇ ਚਾਹੀਦੇ ਨੇ ਸਾਡੀਆਂ ਬੀਬੀਆਂ ਭੈਣਾਂ ਨੂੰ ਕਿ ਉਹਦੇ ਤੋਂ ਬਚਿਆ ਜਾਵੇ? ਹਾਂਜੀ, ਉਹ ਜਦੋਂ ਜਦੋਂ ਮੈਂਸਸ ਡੇ ਦੀ ਪੀਰੀਅਡ ਦੇ ਦੌਰਾਨ ਗੱਲ ਕਰਦੇ ਜਦੋਂ ਮੈਂਸਸ ਆਉਂਦੇ ਆ ਨਾ ਜੀ, ਉਦੋਂ ਠੰਡੀਆਂ ਚੀਜ਼ਾਂ ਇਸਤੇਮਾਲ ਨਾ ਕਰੋ ਕੋਈ ਵੀ। ਨੰਬਰ 1 ਹਾਂਜੀ, ਮੇਨ ਠੰਡੀਆਂ ਚੀਜ਼ਾਂ ਦਾ ਆਪਾਂ ਨੂੰ ਕਾਰਨ ਬਣਦਾ ਜਦੋਂ ਮੈਂਸਸ ਆਉਂਦੇ ਆ, ਉਦੋਂ ਥੋੜ੍ਹੀ ਜਿਹੀ ਐਕਸਰਸਾਈਜ਼ ਜ਼ਰੂਰ ਕਰੋ, ਫਿਰੋ ਜ਼ਰੂਰ। ਜੀ ਜੀ। ਕੋਈ ਵੀ ਆਪਾਂ ਨੂੰ ਜੇ ਪੇਨ ਹੁੰਦੀ ਹੈ, ਪੇਨ ਕਲਰ ਵਿੱਚ ਨਾ ਲਓ, ਥੋੜ੍ਹਾ ਜਿਹਾ ਚਾਹ ਦੇ ਵਿੱਚ ਆਪਾਂ ਦੇਸੀ ਘਿਓ ਪਾ ਕੇ ਪੀ ਸਕਦੇ ਹਾਂ। ਜੀ। ਉਹ ਦੇਸੀ ਘਿਓ ਆਪਾਂ ਨੂੰ ਚਾਹ ਦੇ ਵਿੱਚ ਪਾਉਂਦਾ ਮਤਲਬ ਪਚ ਜਾਂਦਾ ਛੇਤੀ। ਜੀ। ਦੁੱਧ ਦੇ ਵਿੱਚ ਥੋੜ੍ਹਾ ਜਿਹਾ ਪਚਦਾ ਘੱਟ ਆ, ਕਿਉਂਕਿ ਆਪਣੇ ਖਾਦ ਖੁਰਾਕਾਂ ਇੰਨੀਆਂ ਹੈ ਨਹੀਂ ਗੀਆਂ, ਅਤੇ ਬੋਡੀਆਂ ਆਪਣੇ ਸਟਰੋਂਗ ਦੀਆਂ, ਨਰਮਾਂ ਸਾਰਿਆਂ ਦੀਆਂ, ਅਤੇ ਚਾਹ ਦੇ ਵਿੱਚ ਉਹ ਪਾਚਨ ਕਿਰਿਆ ਆਪਣੀ ਸਹੀ ਘਿਓ ਨੂੰ ਪਚ ਜਾਂਦਾ ਵਾ, ਜਿੰਨਾ ਮਰਜ਼ੀ ਪੀ ਸਕਦੇ ਹਾਂ, ਚਮਚਾ 2 ਚਮਚੇ, ਅੱਧਾ ਚਮਚਾ ਲੋੜ ਅਨੁਸਾਰ ਪੀ ਸਕਦੇ ਹਾਂ। ਅਤੇ ਧੁੰਨੀ 'ਤੇ ਤੇਲ ਜ਼ਰੂਰ ਲਾਓ, ਜਿਹੜਾ ਮਰਜ਼ੀ ਲਾਓ, ਜ਼ਰੂਰੀ ਨਹੀਂ ਆਹੀ ਲਾਉਣਾ, ਜਿਹੜਾ ਮਰਜ਼ੀ ਧੁੰਨੀ 'ਤੇ ਆਪਾਂ ਤੇਲ ਲਾ ਸਕਦੇ ਹਾਂ। ਹਾਂ, ਸਰੋਂ ਦਾ ਅਵੇਲੇਬਲ ਹੁੰਦਾ ਹਰ ਇੱਕ ਦੇ ਘਰ ਦੇ ਵਿੱਚ, ਉਹ ਲਾਇਆ ਜਾ ਸਕਦਾ। ਬਾਕੀ ਜਿਵੇਂ ਆਪਾਂ ਇਨਸਾਨ ਪੱਠੇ ਨਹੀਂ ਵੱਢਦੇ ਖੇਤਾਂ ਦੇ ਵਿੱਚ, ਲੇਡੀਜ਼ ਨੂੰ ਇਸ ਤਰ੍ਹਾਂ ਚਾਹੀਦਾ ਵੀ ਥੋੜ੍ਹਾ ਜਿਹਾ ਇਸ ਤਰ੍ਹਾਂ ਆਪਣਾ ਪੈਰਾਂ ਪਰ ਬਹਿ ਗਏ, ਪੋਚਾ ਲਾਇਆ ਜਾਵੇ। ਉਹ ਤੁਹਾਡੀ ਬਹੁਤ ਹੀ ਬੋਡੀ ਦੀ ਬੜੀ ਤਕੜੀ ਐਕਸਰਸਾਈਜ਼ ਆ। ਉਹ ਤੁਹਾਡੇ ਸਾਰੇ ਸਰੀਰ ਨੂੰ ਨਿਚੋੜ ਕੇ ਰੱਖ ਦਿੰਦੀ ਆ, ਕਿਉਂਕਿ ਜਿਹੜੀਆਂ ਅੱਜ ਕੱਲ੍ਹ ਸੀਟਾਂ ਪਲੱਸ ਜਿਹੜੀਆਂ ਚੱਲਦੀਆਂ ਸੀਟ ਵਾਲੀਆਂ, ਸਾਨੂੰ ਇੰਗਲਿਸ਼ ਸੀਟ ਜਿਹਨੂੰ ਆਪਾਂ ਕਹਿੰਦੇ, ਉਹ ਇੱਕ ਰੋਗ ਦਾ ਬਹੁਤ ਵੱਡਾ ਕਾਰਨ ਆ। ਜਿਹੜੀ ਕੁਦਰਤ ਨੇ ਸਾਨੂੰ ਬਣਾਇਆ ਪੈਰਾਂ ਪਰ ਬਹਿਣ ਵਾਸਤੇ, ਜਦੋਂ ਅਸੀਂ ਕੁਦਰਤ ਦੇ ਉਲਟ ਚੱਲਦੇ ਹਾਂ ਫਿਰ ਹੀ ਅਸੀਂ ਬਿਮਾਰੀਆਂ ਦੇ ਵਿੱਚ ਗ੍ਰਸਤ ਹੁੰਦੇ ਹਾਂ। ਜੇ ਅਸੀਂ ਕੁਦਰਤ ਨੇ ਜਿਵੇਂ ਅਸੀਂ ਬਣਾਇਆ ਸਾਨੂੰ ਅਸੀਂ ਉਸੇ ਢਾਲ 'ਤੇ ਚੱਲਾਂਗੇ ਤਾਂ ਅਸੀਂ ਤੰਦਰੁਸਤ ਰਹਾਂਗੇ, ਸਾਨੂੰ ਕੋਈ ਜਿਹੀ ਰੁਕਾਵਟਾਂ ਨਹੀਂ ਹੋਣਗੀਆਂ। ਕਹਿਣ ਦਾ ਭਾਵ ਕਿ ਜਿਹੜਾ ਫੂਡ ਆ, ਜਿਹੜਾ ਮਨੁੱਖ ਮੀਲ ਲੈ ਰਿਹਾ ਉਹ ਤਾਂ ਰਿਚ ਆ, ਲੇਕਿਨ ਜਿਹੜੀ ਐਕਸਰਸਾਈਜ਼ ਆ ਉਹਨੂੰ ਕੰਜ਼ਿਊਮ ਕਰਨ ਦੀ ਜਿਹੜੀ ਉਹਦੇ ਕੋਲ ਉਹ ਪੂਅਰ ਆ, ਉਹ ਕੰਜ਼ਿਊਮ ਨਹੀਂ ਕਰਦਾ, ਮਤਲਬ ਐਕਸਰਸਾਈਜ਼ ਨਹੀਂ ਕਰਦਾ। ਖੁਰਾਕ ਪਹਿਲਾਂ ਨਾਲੋਂ ਵੀ ਜ਼ਿਆਦਾ ਡਾਇਟ ਜਿਹੜੀ ਆ ਉਹ ਸਟਰੋਂਗ ਲੈ ਰਿਹਾ, ਲੇਕਿਨ ਪਹਿਲਾਂ ਜਿਵੇਂ ਘਿਓ ਵਗੈਰਾ ਖਾ ਕੇ ਲੋਕ ਖੇਤਾਂ ਦੇ ਵਿੱਚ ਕੰਮ ਕਰਦੇ ਸੀਗੇ, ਉੱਥੇ ਮਹਿਸੂਸ ਨਹੀਂ ਸੀ ਹੁੰਦਾ। ਉਦੋਂ ਮਿੱਠਾ ਵੀ ਜਿੰਨਾ ਮਰਜ਼ੀ ਖਾਈ ਜਾਂਦੇ ਸੀ, ਵੈਸੇ ਮੇਰੇ ਖਿਆਲ ਉਹ ਹਜ਼ਮ ਹੋ ਜਾਂਦਾ। ਤੁਸੀਂ ਦੇਖੋ ਮਿੱਠਾ ਮਿਲਦਾ ਨਹੀਂ ਸੀਗਾ, ਸਾਲ 'ਚ ਕਿਤੇ ਮੈਰਿਜ ਹੁੰਦੀ ਸੀ, ਵਿਆਹ ਹੁੰਦਾ ਸੀ ਜੀ, ਅਤੇ ਉਹ ਘਰ ਦਾ ਬਣਿਆ ਸਮਾਨ ਹੁੰਦਾ ਸੀਗਾ, ਘਿਓ ਦੁੱਧ ਸਾਰਾ ਘਰ ਦਾ ਹੁੰਦਾ ਸੀ। ਹੁਣ ਤਾਂ ਜੀ ਰੋਜ਼ ਵਿਆਹ ਪੈਲਸਾਂ ਦੇ ਵਿੱਚ ਰੋਜ਼ ਮਿੱਠਾ ਵਾ। ਅੱਛਾ, ਤੁਸੀਂ ਗੁੜ ਦੀ ਗੱਲ ਕੀਤੀ ਸੀ, ਜੇ ਆਪਾਂ ਸ਼ੂਗਰ ਦੀ ਗੱਲ ਕਰੀਏ, ਗੁੜ ਵੀ ਪਿਓਰ ਨਹੀਂ ਹੁੰਦਾ, ਉਹ ਵੀ ਰੌ ਖੰਡ ਦੇ ਨਾਲ ਉਹਦੇ ਵਿੱਚ ਮਿਕਸ ਕੀਤੀ ਹੁੰਦੀ, ਸਫਾਈ ਕੀਤੀ ਹੁੰਦੀ। ਦੇਖੋ ਇਹ ਸਿਸਟਮ ਆਪਣਾ ਸਾਰਾ ਵਿਗੜ ਗਿਆ ਜੀ। ਮਹਿੰਗਾਈ ਜ਼ਿਆਦਾ ਹੋ ਗਈ, ਆਮਦਨ ਸਾਡੀਆਂ ਘੱਟ ਗਈਆਂ, ਇਹਦੇ ਕਰਕੇ ਜੋ ਵੀ ਕੋਈ ਬਣਾਉਂਦਾ ਉਹ ਹਾਨੀਕਾਰਕ ਹੀ ਬਣਾਉਂਦਾ, ਆਪਦੀ ਵੱਧ ਤੋਂ ਵੱਧ ਪੈਸੇ ਇਕੱਠੇ ਕਰਨ ਲਈ ਕਰਦਾ ਵਾ ਖੁਆਇਸ਼। ਪਰ ਇਸ ਤੋਂ ਵਧੀਆ ਵੀ ਬਿਹਤਰ ਤਰੀਕੇ ਨਾਲ ਵਧੀਆ ਸਾਫ਼ ਸੁਥਰਾ ਬਣਾਇਆ ਜਾਵੇ, ਕੋਈ ਕੈਮੀਕਲ ਇਸਤੇਮਾਲ ਨਾ ਕੀਤਾ ਜਾਵੇ। ਉਹ ਵੈਸੇ ਆਮ ਖੰਡ ਹੀ ਪਾਉਂਦੇ ਜੀ ਵਿੱਚ ਉਹਦੇ, ਰਾਹ ਖੰਡ, ਹਾਂ ਉਹ ਆਮ ਉਹਦੀ ਖੰਡ ਵਿੱਚ ਮਿਕਸ ਕਰਦੇ ਆ ਉਹਦੇ ਗੁੜ ਦੇ, ਉਹਦੀ ਮਾਤਰਾ ਵਧਾ ਦਿੰਦੇ ਆ। ਕੋਈ ਵਧੀਆ ਘਰਾੜੇ ਤੋਂ ਜਾ ਕੇ ਗੁੜ ਆਪਦਾ ਤਿਆਰ ਕਰਵਾ ਕੇ ਖਾਣ ਜੋਗਾ ਆਪਾਂ ਕਰਵਾ ਸਕਦੇ, ਬਹਿ ਕੇ ਕੋਈ ਥੋੜ੍ਹੇ ਬਹੁਤੇ ਪੈਸੇ ਵੱਧ ਲੱਗਦੇ, ਬਾਹਲੇ ਨਹੀਂ ਲੱਗਦੇ।
ਵੈਸੇ ਵੈਜ ਜੀ ਹੁਣ ਬੰਦਾ ਕਰੇ ਤਾਂ ਕਰੇ ਕੀ। ਹੁਣ ਮੰਨ ਲਓ ਵੀ ਆਪਾਂ ਹਦਵਾਣੇ ਨੂੰ ਇੱਕ ਗਰਮੀਆਂ ਦਾ ਇੱਕ ਸਭ ਤੋਂ ਬਿਹਤਰ ਫੂਡ ਮੰਨਿਆ ਜਾਂਦਾ ਹੈ ਨਾ। ਉਹਦੇ ਨਾਲ ਤੁਹਾਡੀ ਜਿਹੜੀ ਪਾਣੀ ਦੀ ਮਾਤਰਾ ਉਹ ਵੀ ਪੂਰੀ ਹੁੰਦੀ ਆ, ਉਹ ਮਤਲਬ ਬੜਾ ਸਕੂਨ ਦਿੰਦਾ ਮਨ ਨੂੰ ਖਾਣੇ। ਪਰ ਉਹਨੂੰ ਵੀ ਸਕਰੀਨ ਹੁਣ ਇੰਜੈਕਟ ਕੀਤਾ ਜਾਂਦਾ, ਫਿਰ ਬੰਦਾ ਖਾਵੇ ਤਾਂ ਖਾਵੇ ਕੀ। ਮਤਲਬ ਰੈੱਡ ਕਲਰ ਦੀ ਸ਼ੂਗਰ ਜਿਹੜੀ ਆ ਉਹਦੇ ਵਿੱਚ ਇੰਜੈਕਟ ਕੀਤੀ ਜਾਂਦੀ ਹੈ। ਉਹ ਕਾਰਨ ਕੀ ਜੀ, ਮਤਲਬ ਹੁਣ ਬਸ ਪੈਸੇ ਦੀ ਦੌੜ ਲੱਗ ਗਈ, ਉਹੀ ਗੱਲ ਫਿਰ ਆ ਜਾਂਦੀ ਆ। ਉਹ 'ਚ ਹੁਣ ਕੋਈ ਟੀਕੇ ਟੂਕੇ ਇਸ ਤਰ੍ਹਾਂ ਕੈਮੀਕਲ ਪਾ ਕੇ ਉਹਨੂੰ ਤਿਆਰ ਕਰਦੇ ਆ, ਛੇਤੀ ਤੋਂ ਛੇਤੀ ਤਿਆਰ ਹੋ ਜਾਂਦਾ ਵਾ। ਪਰ ਆਪਣੀ ਸਿਹਤ ਲਈ ਤਾਂ ਹਾਨੀਕਾਰਕ ਹੈ। ਜਿਵੇਂ ਅਸੀਂ ਆਮ ਸਬਜ਼ੀਆਂ ਰੋਕਦੇ ਹਾਂ, ਆਮ ਮਰੀਜ਼ ਕਹਿੰਦੇ ਸਬਜ਼ੀਆਂ ਤਾਂ ਕਹਿੰਦੇ ਖਾਓ, ਪਰ ਅਸੀਂ ਰੋਕਦੇ ਹਾਂ। ਜਿਹੜੀ ਸਬਜ਼ੀ ਦੇ ਰੋਜ਼ ਸਪਰੇਅ ਹੁੰਦੀ ਹੈ ਜੀ। ਹੁਣ ਬੈਂਗਣ ਲਾ ਲਓ ਵੀ ਰੋਜ਼ ਸਪਰੇਅ ਉੱਤੇ ਹੋਣੀ ਹੈ ਜੀ। ਆਪਾਂ ਉਹਨੂੰ 1-2 ਦਿਨਾਂ ਦੇ ਵਿੱਚ ਛਕ ਲੈਣਾ ਵਾ। ਇਹ ਇਸੇ ਤਰ੍ਹਾਂ ਸਾਰੀਆਂ ਜ਼ਹਿਰਾਂ ਸਬਜ਼ੀਆਂ 'ਤੇ ਜੇ ਕਿ ਆਪਾਂ ਆਪਦੀ ਬੀਜਦੇ ਹਾਂ, ਉਹ ਸਭ ਤੋਂ ਵਧੀਆ ਜਿਹੜੀ ਇਹ ਦਾਲ ਆ। ਜੇ ਦਾਲਾਂ ਵੀ ਚਲੋ ਯੂਰਿਕ ਐਸਿਡ ਇਹਦੇ ਨਾਲ ਬਣਦਾ, ਪਰ ਦਾਲਾਂ ਦਾ ਇਸ ਤਰ੍ਹਾਂ ਵੀ ਜਦੋਂ ਉੱਤੇ ਸਪਰੇਅ ਹੁੰਦੀ ਕਿ ਆਪਾਂ 2-4 ਮਹੀਨੇ ਬਾਅਦ ਆਪਣੇ ਕੋਲ ਆਉਂਦੀ ਆ। ਜਿਹੜੀ ਸਬਜ਼ੀ ਹੈ ਤਾਂ ਆਪਾਂ ਡਾਇਰੈਕਟ ਲੈ ਰਹੇ ਆ ਨਾ, ਜੋ ਸਪਰੇਅ ਆ ਰਹੀ ਹੈ ਛਿੜਕ ਕੇ ਡਾਇਰੈਕਟ ਆਪਾਂ 2-3 ਦਿਨ 'ਚ ਛਕ ਲੈਣੀ ਆ। ਇਸੇ ਕਰਕੇ ਦਾਲਾਂ ਸਬਜ਼ੀਆਂ ਤੋਂ ਬਚਣਾ ਚਾਹੀਦਾ ਵਾ। ਜਿਹੜੀਆਂ ਮਹਿੰਗੇ ਭਾਅ ਦੀਆਂ ਬੇਮੌਸਮੀਆਂ ਚੀਜ਼ਾਂ ਉਹ ਤਾਂ ਬਿਲਕੁਲ ਹੀ ਨਹੀਂ ਖਾਣੀ ਚਾਹੀਦੀ। ਉਹਦਾ 2-3 ਸਪਰੇਅ ਉੱਤੇ ਹੁੰਦੀ ਹੈ, ਕਿਤੇ ਫੇਰ ਜਾ ਕੇ ਹੁੰਦੀ ਆ। ਜਿਹੜੀ ਕੁਦਰਤੀ ਮੌਸਮ ਦੇ ਕਾਰਨ ਹੁੰਦੀ ਉਹ 'ਤੇ ਸਪਰੇਅ ਵੀ ਰੇਹ ਘੱਟ ਪੈਂਦੀ ਉੱਤੇ। ਅੱਛਾ ਵੈਸੇ ਹੀ, ਕਿਉਂਕਿ ਜੇ ਆਪਾਂ ਕਹੀਏ ਵੀ ਬਿਮਾਰੀਆਂ ਨੂੰ ਇੱਕਦਮ ਸਟਾਪ ਲੱਗ ਜੇ, ਬੰਦਾ ਜਿੰਨਾ ਮਰਜ਼ੀ ਇਹਤਿਆਤ ਵਰਤ ਲਵੇ, ਆਪਣਾ ਪਰਹੇਜ਼ ਕਰ ਲਵੇ, ਪਰ ਉਹ ਕਿਸੇ ਨਾ ਕਿਸੇ ਪਾਸਿਓਂ ਉਹਨੂੰ ਬਿਮਾਰੀ ਕੋਈ ਨਾ ਕੋਈ ਆ ਚਿੰਬੜਦੀ ਆ। ਇਹਦਾ ਕਾਰਨ ਇਹ ਤਾਂ ਨਹੀਂ ਕਿਤੇ ਵੀ ਜਿਹੜੀਆਂ ਜ਼ਹਿਰਾਂ ਅਸੀਂ ਫਸਲਾਂ ਦੇ ਉੱਪਰ ਵਰਤਦੇ ਰਹੇ ਕੈਮੀਕਲ, ਉਹ ਹੁਣ ਵਾਤਾਵਰਨ ਦੇ ਵਿੱਚ ਵੀ ਇੰਨੀਆਂ ਘੁਲ ਚੁੱਕੀਆਂ ਨੇ ਕਿ ਉਹ ਸਾਡੇ ਸਾਹ ਰਾਹੀਂ ਵੀ ਅੰਦਰ ਜਾਂਦੀਆਂ ਨੇ, ਕਿੰਨਾ ਮਰਜ਼ੀ ਅਸੀਂ ਪਰਹੇਜ਼ ਕਰ ਲਈਏ। ਦੇਖੋ ਜੀ, ਆਪਣੇ ਹੁਣ ਦੇਖੀ ਤਾਂ ਬਹੁਤ ਇਸ ਤਰ੍ਹਾਂ ਬੰਦੇ ਆਪਦੇ ਸਬਜ਼ੀ ਤਿਆਰ ਕਰਦੇ ਆ, ਸਾਰਾ ਘਰ ਦਾ ਵਧੀਆ ਬਣਾਉਂਦੇ ਆ, ਆਪਦਾ ਰੇਹ ਸਪਰੇਅ ਤੋਂ ਬਿਨਾਂ ਕਰਦੇ ਆ। ਉਹ ਵਧੀਆ ਚੀਜ਼ ਆ, ਕਰਨਾ ਵੀ ਚਾਹੀਦਾ। ਪਰ ਉਹ ਇਕੱਲੇ ਕਰ ਰਹੇ ਆ, ਉਹਨਾਂ ਦੇ ਨਾਲ ਹੋਰ ਵੀ ਕੋਈ ਕਰ ਰਿਹਾ, ਪਰ ਉਹ ਕਿਤੇ ਹੱਥਾਂ ਤੱਕ ਜਾਂਦੇ ਹੀ ਆ ਨਾ। 2 ਕਰੀ ਤਾਂ ਉੱਥੋਂ ਛਕਦਾ ਹੀ ਆ ਨਾ ਜਾ ਕੇ। ਪਰ ਆਪਦੇ ਘਰੇ ਤਾਂ ਪੂਰਾ ਵਧੀਆ ਸ਼ੁੱਧ ਛਕ ਲਿਆ, ਪਰ ਦੂਜੇ ਦੇ ਘਰੋਂ ਸ਼ੁੱਧ ਨਹੀਂ ਛਕੇਗਾ। ਉੱਥੋਂ ਤਾਂ ਉਹੋ ਜਿਹਾ ਪਦਾਰਥ ਮਿਲ ਗਿਆ ਨਾ। ਜਿਵੇਂ ਦੇਖੋ ਜੀ, ਆਪਾਂ ਚੰਗੀ ਚੀਜ਼ 100 ਦਿਨ ਖਾਂਦੇ ਹਾਂ, ਅਤੇ ਮਾੜੀ ਚੀਜ਼ ਇੱਕ ਦਿਨ ਖਾ ਲਈ, ਉਹ 100 ਦਿਨ ਖਾਧੀ ਨੂੰ ਖਤਮ ਕਰ ਦੇਣਾ। ਜਦੋਂ ਮਰੀਜ਼ ਤੁਹਾਡੇ ਕੋਲ ਆਉਂਦਾ, ਸ਼ੂਗਰ ਦਾ ਆ ਗਿਆ ਜਾਂ BP ਦਾ ਆ ਗਿਆ, ਕਿਉਂਕਿ ਬਚ ਕੋਈ ਨਹੀਂ ਸਕਦਾ, ਮਰੀਜ਼ਾਂ ਨੇ ਤੁਹਾਡੇ ਕੋਲ ਆਉਂਦੇ ਰਹਿਣਾ, ਆਉਣਾ ਹੀ ਆਉਣਾ ਹੈ ਉਹਨਾਂ ਨੇ। ਤਾਂ ਫਿਰ ਤੁਸੀਂ ਉਹਨਾਂ ਨੂੰ ਕੀ ਸੁਜੈਸਟ ਕਰਦੇ ਵੀ ਦੇਖੋ ਇਹ ਚੀਜ਼ਾਂ ਤਾਂ ਤੁਹਾਡੇ ਆਲੇ ਦੁਆਲੇ ਬਹੁਤ ਢੇਰ ਲੱਗੇ ਪਏ ਨੇ, ਕੈਮੀਕਲ ਵਾਲੀਆਂ ਚੀਜ਼ਾਂ, ਜਿਹੜੀਆਂ ਪੋਲਿਊਟਡ ਚੀਜ਼ਾਂ ਹੈਗੀਆਂ, ਤੁਹਾਡੇ ਵੱਸ ਦੀ ਗੱਲ ਨਹੀਂ, ਕਿਉਂਕਿ ਕਿਸੇ ਦੇ ਵੱਸ ਦੀ ਗੱਲ ਨਹੀਂ ਹੈਗੀ ਕਿ ਉਹ ਬੰਦਾ ਆਰਗੈਨਿਕ ਚੀਜ਼ ਲੈ ਲਵੇ, ਹਰ ਇੱਕ ਦੀ ਪਹੁੰਚ ਦੇ ਵਿੱਚ ਨਹੀਂ ਹੈਗੀ। ਚਲੋ ਜੇ ਮਰੀਜ਼ ਨੂੰ ਉਹ ਰੋਗ ਲੱਗ ਵੀ ਗਿਆ, ਫਿਰ ਤੁਸੀਂ ਉਹਦਾ ਕਿੰਨਾ ਕੁ ਲੰਬਾ ਪ੍ਰੋਸੈਸ ਹੈਗਾ ਦਵਾਈ ਦਾ, ਕਿ ਉਹਦੀ ਜਿਹੜੀ ਸਟੇਜ 'ਤੇ ਨਿਰਭਰ ਕਰਦਾ ਵੀ ਉਹ ਹੁਣ ਫਸਟ ਸਟੇਜ 'ਤੇ ਜਾਂ ਸੈਕਿੰਡ ਸਟੇਜ 'ਤੇ ਉਹਨੂੰ ਜ਼ਿਆਦਾ ਸ਼ੂਗਰ, ਉਹ ਟੀਕੇ 'ਤੇ ਇਨਸੂਲੇਸ਼ਨ ਟੀਕੇ 'ਤੇ ਆ ਗਿਆ, ਹੁਣ ਉਹਨੂੰ ਜ਼ਿਆਦਾ ਸਮਾਂ ਲੱਗੇਗਾ। ਇਹ ਕਿੰਨਾ ਕੁ ਪ੍ਰੋਸੈਸ ਹੈਗਾ ਲੰਬਾ, ਟਰਮ ਕਿੰਨੀ ਕੁ ਹੈਗੀ ਆ ਮੈਡੀਸਨ ਜਦੋਂ ਤੁਸੀਂ ਦਿੰਦੇ ਹੋ ਉਹਨੂੰ? ਦੇਖੋ ਮੈਡੀਸਨ ਜਿਹੜੀ ਆਪਾਂ ਕਰਦੇ ਹੈਗੀ ਤਕਰੀਬਨ ਮਰੀਜ਼ 'ਤੇ ਡਿਪੈਂਡ ਕਰਦਾ ਕਿੰਨੀ ਪੁਰਾਣੀ ਆ ਉਹ, ਕਿਸ ਤਰ੍ਹਾਂ ਦੀ ਮੈਡੀਸਨ ਲੈ ਰਿਹਾ ਵਾ, ਉਸ ਹਿਸਾਬ ਦੇ ਨਾਲ ਹੁੰਦੀ। ਤਕਰੀਬਨ ਉਹਨੂੰ ਕੰਟਰੋਲ ਆਪਾਂ ਹਫ਼ਤੇ 'ਚ ਕਰ ਲੈਂਦੇ ਹਾਂ। ਉਹਨੂੰ ਕੰਟਰੋਲ ਹਫ਼ਤੇ 'ਚ ਕਰ ਲਈਦਾ। ਬਾਕੀ ਉਹਨੂੰ ਠੀਕ ਹੁੰਦੇ ਨੂੰ 5-6 ਮਹੀਨੇ ਦਾ ਆਰਾਮ ਨਾਲ ਲੱਗ ਹੀ ਜਾਂਦੇ। 5-6 ਮਹੀਨਿਆਂ 'ਚ ਬਿਲਕੁਲ ਠੀਕ ਹੋ ਜਾਂਦਾ ਜੇ ਪੈਂਕਰੀਆ ਚੱਲਦੀ ਆ। ਜੇ ਪੈਂਕਰੀਆ ਵੀ ਨਹੀਂ ਵੀ ਚੱਲਦੀ, ਜਿਵੇਂ ਆਮ ਹੁੰਦੀ ਜਿਹੜੀ ਪੈਂਕਰੀਆ ਜਦੋਂ ਸ਼ੂਗਰ ਆਪਣੇ ਵਧਣ ਲੱਗਦੀ ਹੈ, ਹੱਡੀਆਂ ਕਮਜ਼ੋਰ ਕਰਦੀ ਸਰੀਰ ਦੀਆਂ, ਪਰ ਜਿਹੜੀ ਆਪਾਂ ਮੈਡੀਸਨ ਨੂੰ ਹੱਡੀ ਨਹੀਂ ਉਹਦੇ ਨਾਲ ਕਮਜ਼ੋਰ ਬੰਦੇ ਦੇ ਇਨਸਾਨ ਦੀ। ਜਦੋਂ ਆਪਾਂ ਮੈਡੀਸਨ ਸ਼ੁਰੂ ਕਰਾਂਗੇ ਤਕਰੀਬਨ ਮਹੀਨੇ ਦੇ ਬਾਅਦ ਦੇ ਵਿੱਚ ਉਹਨੂੰ ਚੁਸਤੀ ਫੁਰਤੀ ਆਉਣ ਲੱਗ ਜੂਗੀ, ਸਰੀਰ ਨੂੰ ਤਾਕਤ ਮਿਲਣੀ ਸ਼ੁਰੂ ਹੋ ਜੂਗੀ, ਉਹਨੂੰ ਪਤਾ ਲੱਗ ਜੂ ਮੇਰੀ ਬੋਡੀ ਅੰਦਰੋਂ ਠੀਕ ਆ, ਤੰਦਰੁਸਤ ਆ। ਜੇ ਆਪਾਂ ਸ਼ੂਗਰ ਦੀ ਮੈਡੀਸਨ ਖਾਂਦੇ, ਐਲੋਪੈਥੀ ਖਾਂਦੇ ਆ, ਉਹਦੇ ਨਾਲ ਸ਼ੂਗਰ ਜ਼ਰੂਰ ਨੋਰਮਲ ਹੁੰਦੀ, ਪਰ ਆਪਣੀਆਂ ਹੱਡੀਆਂ ਉਵੇਂ ਵੀ ਵੀਕ ਹੋਈ ਜਾਂਦੀਆਂ। ਇਹ ਮੈਡੀਸਨ ਨਾਲ ਹੱਡੀ ਨਹੀਂ ਵੀਕ ਹੁੰਦੀ। ਅੱਛਾ, ਇੱਕ ਹੁਣ ਆਪਾਂ ਤੀਸਰਾ ਟੌਪਿਕ ਆਪਣਾ ਬਲੱਡ ਵਾਲਾ, BP ਵਾਲਾ। ਅਤੇ BP ਜਿਹੜਾ ਹੈਗਾ, ਇਹਦੇ ਕੀ ਕਾਰਨ ਨੇ BP ਵਧਣ ਦੇ, ਕਿ ਕਿੰਨੇ ਕੁ ਮਰੀਜ਼, ਕਿੰਨੇ ਪਰਸੈਂਟੇਜ ਹੈਗੀ ਆ ਮਰੀਜ਼ਾਂ ਦੀ ਜਿਹੜੀ BP ਦੇ ਆਉਂਦੇ ਨੇ? ਦੇਖੋ BP ਵਾਲੇ ਤਕਰੀਬਨ ਜੀ ਆਪਾਂ ਨੂੰ 60-70-80% ਹੀ ਕਹਿ ਸਕਦੇ BP ਵਾਲੇ ਤਾਂ, ਕਿਉਂਕਿ ਕੋਲੈਸਟਰੋਲ ਇੱਕ ਨੂੰ ਬਣਦਾ ਵਾ, ਉਹਨੂੰ ਇੱਕ ਦਾ ਗਾੜਾ ਵਾ। ਇਹਦੀ ਬਹੁਤ ਵੱਡੀ ਬਿਮਾਰੀ ਆ BP ਦੀ। ਕੋਈ ਟੈਨਸ਼ਨ ਹਰ ਇੱਕ ਨੂੰ ਆ, ਕਿਸੇ ਨੂੰ ਕੰਮ ਦੀ ਆ, ਕਿਸੇ ਨੂੰ ਘਰ ਦੀ ਆ, ਕਿਸੇ ਨੂੰ ਬੱਚਿਆਂ ਦੀ ਆ, ਹਰ ਇੱਕ ਇਨਸਾਨ ਨੂੰ ਕਿਸੇ ਨੂੰ ਕੰਮ 'ਤੇ ਛੇਤੀ ਜਾਣ ਦੀ ਆ, ਹਰ ਇੱਕ ਟੈਨਸ਼ਨ ਦੇ ਵਿੱਚ ਘਿਰਿਆ ਪਿਆ ਵਾ। ਕਿਸੇ ਕੋਲ ਆਰਾਮ ਕਰਨ ਦਾ ਸਮਾਂ ਹੈ ਨਹੀਂ ਗਾ, ਖਾਣਾ ਖਾਣ ਦਾ ਕਿਸੇ ਕੋਲ ਸਮਾਂ ਨਹੀਂ ਗਾ। ਜੇ ਖਾਣਾ ਖਾਣਾ ਤਾਂ ਉਹਨੇ ਕਿਸੇ ਚਾਹੇ ਰੈਸਟੇ ਦਾ ਆਪਣੇ TV 'ਤੇ ਵੇਖਣਾ ਬਹਿ ਜਾਣਾ, ਜਾਂ ਮੋਬਾਈਲ ਨਾਲ ਲਾ ਲੈਣਾ, ਚਾਹੇ ਗੇਮ ਖੇਡੀ ਜਾਣੀ ਆ। ਜਿਹੜਾ ਕਿ ਖਾਣਾ ਸਾਨੂੰ ਇਕੱਲਿਆਂ ਨੂੰ ਖਾਣਾ ਚਾਹੀਦਾ, ਚੌਂਕੜਾ ਮਾਰ ਕੇ ਖਾਣਾ ਚਾਹੀਦਾ ਵਾ। ਬਿਹਤਰ ਇਹ ਵੀ ਅਸੀਂ ਕੋਈ ਗੱਲਬਾਤ ਨਾ ਕਰੀਏ, ਖਾਣੇ ਖਾਣ ਨੂੰ 20-25 ਮਿੰਟ ਲਾਈਏ, ਚਿਰ ਕੇ ਖਾਈਏ, ਨਾਲ ਜੋ ਵੀ ਆਪਾਂ ਦਾਲ ਸਬਜ਼ੀ ਕੋਈ ਦਹੀਂ ਲੈ ਰਹੇ ਹਾਂ ਉਹਨੂੰ ਨਾਲ ਚਮਚੇ ਦੇ ਨਾਲ ਖਾਈਏ, ਫਿਰ ਸਾਡੇ ਰਸ ਹੀ ਬਣੇ, BP ਸਾਡੇ ਨਾ ਬਣੇ।
ਬਾਕੀ ਜਿਹੜਾ ਘਿਓ ਦੇਸੀ ਆ, ਦੇਸੀ ਘਿਓ ਨੋਰਮਲ ਵਰਤੋ, ਬਾਹਲਾ ਨਾ ਵਰਤੋ, ਅੰਮ੍ਰਿਤ ਹੈ। ਜਿਹੜੇ ਤੁਸੀਂ ਜਿੰਨੇ ਵੀ ਰਿਫਾਈਨਡ, ਜਿੰਨੇ ਵੀ ਕੰਪਨੀਆਂ ਦੇ ਆ ਰਹੇ ਤੇਲ, ਇਹ ਸਾਰਾ ਹੀ ਤੁਹਾਡੇ ਖੂਨ ਦਾ ਕਾਰਨ ਆ, ਬਲੱਡ ਪ੍ਰੈਸ਼ਰ, BP ਦਾ ਕਾਰਨ ਆ। ਇਹਨਾਂ ਨੂੰ ਤੁਹਾਡੇ ਵਧਣਾ ਹੀ ਵਧਣਾ ਵਾ ਇਹ ਚੀਜ਼ਾਂ ਨਾਲ। ਜਿਹੜਾ ਰਿਫਾਈਨਡ ਆ ਉਹ BP ਨੂੰ ਥਿਕ ਕਰਦਾ, ਮੋਟਾ ਕਰਦਾ। ਹਾਂਜੀ ਹਾਂਜੀ, ਦੇਖੋ ਜੀ ਗਾੜਾ ਕਰ ਦਿੰਦਾ। ਹਾਂ, ਜਦੋਂ ਆਪਣੇ ਇਹ ਕਲਚਰ ਚੱਲਿਆ, ਰੌਲਾ ਪਿਆ ਵਾ ਵੀ ਦੇਸੀ ਘਿਓ ਜੀ ਖੂਨ ਗਾੜਾ ਕਰਦਾ, ਹਾਰਟ ਅਟੈਕ ਹੋ ਜਾਂਦਾ ਵਾ। ਉਸ ਤੋਂ ਬਾਅਦ ਕਿੰਨੇ ਤਾਂ ਤੇਲ ਆ ਚੁੱਕੇ ਕੰਪਨੀਆਂ, ਕਿੰਨੀਆਂ ਕੰਪਨੀਆਂ ਬਣ ਗਈਆਂ, ਕੋਈ ਬੰਦਾ ਤਾਂ ਠੀਕ ਨਹੀਂ ਹੋਇਆ, ਬਿਮਾਰ ਹੋ ਗਏ ਸਾਰੇ। ਜਦੋਂ ਦੇਸੀ ਘਿਓ ਖਾਂਦਾ ਬੰਦਾ ਹੀ ਬਿਮਾਰ, ਕੋਈ ਨਹੀਂ, ਵਿਰਲਾ ਕੋਈ ਸੀਗਾ ਉਹ ਸੀ ਜਿਹੜਾ ਸਾਡਾ ਘਰ ਵਿਹਲਾ ਸੀ ਕੋਈ, ਉਹ ਬਿਮਾਰ ਹੁੰਦਾ ਸੀਗਾ। ਜਿਹੜੇ ਕੰਮ ਵਾਲਾ ਬੰਦਾ ਨਹੀਂ ਹੁੰਦੇ, ਹੁਣ ਤਾਂ ਕੰਮ ਵਾਲੇ ਸਾਰੇ ਪਏ ਮੰਜਿਆਂ ਤੇ। ਜਿਹੜੇ ਬੰਦੇ ਖੇਤਾਂ 'ਚ ਨਾ ਕੰਮ 14 15 ਘੰਟੇ ਖੇਤਾਂ 'ਚ ਕਰਦੇ ਆ, ਉਹ ਬੰਦੇ ਨੂੰ BP ਹੋਈ ਜਾਂਦੇ ਆ। ਕਾਰਨ ਕਿ ਉਹ ਖਾਲੀ ਜਿਹੜੇ ਵਰਤੀ ਆ ਤੇ ਰਿਫਾਈਨਡ ਫੂਡ ਜਿੰਨੇ ਆਉਂਦੇ ਆ। ਜਿਹੜਾ ਦੇਸੀ ਘਿਓ ਦਾ ਅੰਮ੍ਰਿਤ ਆ, ਨਾੜਾਂ ਦੀ ਬਲੋਕੇਜ ਖੋਲ੍ਹਦਾ। ਇਹਦੇ ਵਾਸਤੇ ਤੁਸੀਂ ਆਮ ਘਰੇਲੂ ਵੀ ਵਰਤ ਸਕਦੇ, ਜਿਵੇਂ ਅਰਜਨਾ ਰੈਸਟ ਹੋ ਗਈ ਤੇ ਖਦਰਾ ਰੈਸਟ ਹੋ ਗਈ। ਇਹਨਾਂ ਦੋਨਾਂ ਨੂੰ ਮਿਕਸ ਕਰਕੇ 4 ਚਮਚੇ ਖਾਣਾ ਖਾਣ ਤੋਂ ਬਾਅਦ ਅੱਧੇ ਗਲਾਸ 'ਚ ਪਾਣੀ ਪਾ ਕੇ ਲਓ, ਉੱਤੋਂ ਦੀ 1 ਗਲਾਸ ਪਾਣੀ ਦਾ ਹੋਰ ਪੀਓ। ਇਹਦੇ ਨਾਲ ਤੁਹਾਨੂੰ ਤਕਰੀਬਨ ਮਹੀਨੇ ਦੇ ਵਿੱਚ ਕਿਹੜਾ ਸਰੀਰ 'ਚ ਕਮਜ਼ੋਰੀ ਹੋਣੀ ਸ਼ੁਰੂ ਹੋਊਗੀ। ਤੁਹਾਨੂੰ ਲੱਗੂ ਸਾਡਾ ਸਰੀਰ ਕਮਜ਼ੋਰੀ ਮੰਨਦਾ, ਲੱਤਾਂ ਬਾਹਾਂ ਦੁਖਦੀਆਂ, ਤੁਸੀਂ ਸਮਝੋ ਵੀ ਦਵਾਈ ਤੁਹਾਨੂੰ ਅਸਰ ਕਰ ਗਈ। ਕਿਉਂਕਿ ਉਹਨੇ ਜਿੰਨਾ ਵੀ ਦਾਣਾ ਦੇ ਵਿੱਚ ਕੋਲੈਸਟਰੋਲ, ਜਿੰਨਾ ਵੀ ਚਰਬੀ ਜੰਮੀ ਵੀ, ਉਹ ਸਾਰੀ ਉਹਨੇ ਪੱਟ ਕੇ ਬਾਹਰ ਮਾਰਨੀ ਆ। ਉਹ ਤੁਹਾਨੂੰ ਤਾਂ ਵੀਕਨੈਸ ਹੁੰਦੀ ਆ। ਪਰ ਜਦੋਂ ਤੁਹਾਡਾ ਬਲੱਡ ਹੈ ਜਮਾਂ ਸਾਫ਼ ਮਤਲਬ ਹੋ ਗਿਆ, ਖੂਨ ਸਟਮ ਬਿਲਕੁਲ, ਉਹ ਆਟੋਮੈਟਿਕ ਤੁਹਾਨੂੰ ਤਾਕਤ ਮਿਲਣੀ ਸ਼ੁਰੂ ਹੋ ਜਾਣੀ ਆ। ਸਰੀਰ ਬਿਲਕੁਲ ਹੌਲਾ ਕੰਗਣ ਵਰਗਾ ਫੁੱਲ ਹੋ ਜੂ। ਪਰ ਇਹ ਕੁਛ ਵਰਤਣਾ ਬਹੁਤ 3-4 ਮਹੀਨੇ, ਫਿਰ ਠੀਕ ਹੋਊਗਾ। ਅੱਛਾ, ਇਹ ਸਾਰੀ ਜਿਵੇਂ ਉਹਦੀ ਆਪਣੀ ਦੀ ਹੋ ਗਈ ਜਿਹੜੀ ਯੂਟਰਸ ਦੇ ਵਿੱਚ ਰਸੌਲੀ ਦੀ ਗੱਲ ਕੀਤੀ ਹੈ, ਵੀ ਬਹੁਤ ਸਾਰੇ ਮਰੀਜ਼ਾਂ ਨਾਲ ਅਸੀਂ ਮਿਲੇ, ਬਹੁਤ ਸਾਰੇ ਮਰੀਜ਼ਾਂ ਨੂੰ ਤੁਸੀਂ ਠੀਕ ਕੀਤਾ ਇਹਦੇ ਵਿੱਚ, ਵੀ ਜਿਹੜਾ ਇਹਦਾ ਹੱਲ ਮੈਡੀਕਲ ਜਿਹੜੀ ਸਾਇੰਸ ਉਹ ਕਹਿੰਦੀ ਵੀ ਇਹਦਾ ਹੱਲ ਆਪਰੇਸ਼ਨ ਹੀ ਆ, ਆਪਰੇਸ਼ਨ ਹੀ ਆ। ਅੱਛਾ, ਇਹਦੇ ਤੋਂ ਇਲਾਵਾ ਇੱਕ ਹੁਣ ਗੋਲ ਬਲੈਡਰ ਦੀ ਬੜੀ ਸਮੱਸਿਆ ਹੁੰਦੀ, ਗੋਲ ਬਲੈਡਰ ਦੇ ਵਿੱਚ ਸਟੋਨ ਹੋ ਗਿਆ ਜੀ, ਔਰ ਉਹਦੀ ਵੀ ਕਹਿੰਦੇ ਸਮੱਸਿਆ ਦਾ ਹੱਲ ਕੇਵਲ ਤੇ ਕੇਵਲ ਆਪਰੇਸ਼ਨ ਹੀ ਆ। ਆਪਰੇਸ਼ਨ ਤੋਂ ਇਲਾਵਾ ਉਹਦਾ ਕੋਈ ਸੋਲਿਊਸ਼ਨ ਨਹੀਂ ਆ। ਇਹਦਾ ਵੀ ਕੋਈ ਤੁਹਾਡੇ ਕੋਲ ਇਲਾਜ ਹੈਗਾ ਬਿਨਾਂ ਆਪਰੇਸ਼ਨ ਤੋਂ? ਇਹਦਾ ਇਲਾਜ ਪਹਿਲਾਂ ਤਾਂ ਇੱਕ ਰਹਿ ਗਿਆ ਸੀਗਾ ਜੋ ਬੱਚੇਦਾਨੀਆਂ ਰਸੋਈਆਂ ਜਾਂ ਔਰਤਾਂ ਦੇ ਹੁੰਦੀਆਂ ਨਾ, ਅਸੀਂ ਕੋਈ ਵੀ ਲੇਡੀਜ਼ ਭੈਣਾਂ ਸਾਨੂੰ ਅੱਖਾਂ ਬੰਦ ਕਰਕੇ ਫੇਸ ਦੀ ਫੋਟੋ ਪਾ ਦੇਵੇ, ਮੇਕਅਪ ਨਾ ਕੀਤਾ ਹੋਵੇ, ਸਾਨੂੰ ਕੁਛ ਨਾ ਦੱਸਿਆ, ਅਸੀਂ ਫੇਸ ਵੇਖ ਕੇ ਦੱਸ ਦਿਆਂਗੇ ਵੀ ਰਸੋਈਆਂ ਕਿਸ ਤਰ੍ਹਾਂ ਦੀਆਂ, ਕਿੰਨੀਆਂ ਵੱਡੀਆਂ, ਕੀ ਗੱਲਬਾਤ ਆ। ਫੇਸ ਵੇਖ ਕੇ ਦੱਸ ਦਿਆਂਗੇ ਵੀ ਜੇ ਟੂਬ ਬੰਦ ਉਹ ਦੱਸ ਦਿਆਂਗੇ, ਸਾਰਾ ਉਹ ਦੱਸ ਦਿਆਂਗੇ। ਮਰੀਜ਼ ਨੂੰ ਕਦੋਂ ਵੀ ਹਾਂ ਠੀਕ ਆ, ਫਿਰ ਉਹ ਚੀਜ਼ ਹੈਗੀ, ਸਾਨੂੰ ਕੁਛ ਨਾ ਦੱਸੇ, ਨਾ ਕੋਈ ਰਿਪੋਰਟ ਪਾਵੇ, ਰਿਪੋਰਟ ਤੋਂ ਬਿਨਾਂ ਦੱਸਾਂਗੇ। ਜਿਹੜੀ ਤੋਂ ਪਿੱਤੇ ਦੀ ਪੱਥਰੀ, ਗੁਰਦੇ ਦੀ ਪੱਥਰੀ ਹੈ ਜੀ, ਜਿਵੇਂ ਆਮ ਆਪਣੇ ਕਹਿੰਦੇ ਪਿੱਤੇ ਦੀ ਪੱਥਰੀ ਨਹੀਂ ਨਿਕਲਦੀ, ਇਹ ਬਿਲਕੁਲ ਨਿਕਲ ਜਾਂਦੀ ਹੈ ਜੀ। ਬਿਲਕੁਲ ਪਿੱਤੇ ਦੀ ਕੋਈ ਏਡੀ ਗੱਲ ਨਹੀਂ ਖਾਸ, ਬਿਲਕੁਲ ਪੱਤੇ ਦੀ ਪੱਥਰੀ ਆਪਣੇ 100 ਦੇ ਹਿਸਾਬ ਨਾਲ ਮਰੀਜ਼ ਆਪਣੇ ਕੋਲ ਆਉਂਦੇ ਆ ਪਿੱਤੇ ਦੀ ਪੱਥਰੀ ਜੀ। ਗੁਰਦੇ ਦੇ ਚਲੋ ਆਮ ਨਾ ਵੀ ਨੋਰਮਲ ਨਿਕਲ ਹੀ ਜਾਂਦੀ ਆ, ਪਿੱਤੇ ਦੀ ਵੀ ਨਿਕਲ ਜਾਂਦੀ ਹੈ। ਨਹੀਂ, ਪਰ ਉਹ ਡਾਕਟਰ ਕਹਿੰਦੇ ਕਿ ਜਿਹੜੇ ਦੂਸਰੇ ਐਲੋਪੈਥੀ ਡਾਕਟਰ ਇਲਾਜ, ਉਹ ਕਹਿੰਦੇ ਕਿ ਵੀ ਜੇ ਇਹ ਇੱਕ ਲਿਮਟ ਦੇ ਵਿੱਚ ਹੁੰਦੀ ਹੈ, ਛੋਟੀ ਹੁੰਦੀ ਤਾਂ ਇਹ ਨਿਕਲ ਜਾਂਦੀ ਖੁਰ ਕੇ, ਲੇਕਿਨ ਜਦੋਂ ਇਹ ਵੱਧ ਜਾਂਦੀ ਆ 14 mm ਦੀ ਹੋ ਗਈ, 15 ਦੀ ਹੋ ਗਈ, ਜਿਵੇਂ ਜਿਵੇਂ ਇਹਦਾ ਆਕਾਰ ਵੱਧਦਾ ਜਾਂਦਾ ਫਿਰ ਔਖਾ ਹੋ ਜਾਂਦਾ ਇਹ, ਫਿਰ ਇਹਦਾ ਆਪਰੇਸ਼ਨ ਹੀ ਸੋਲਿਊਸ਼ਨ ਹੈ। ਇਹ ਵੀ ਵੱਡੀ ਪੱਥਰੀ ਵੀ ਨਿਕਲ ਜਾਂਦੀ ਹੈ। ਦੇਖੋ ਜੀ, ਪੱਥਰੀ ਕੋਈ ਗੱਲ ਜਿਹੜੀ ਮਰਜ਼ੀ ਉਹ ਪੱਥਰੀ ਨਿਕਲ ਜੂਗੀ। ਜਿਵੇਂ ਹੁਣ ਬੱਚੇਦਾਨੀ ਨਾਲ ਫੋੜਨਾ ਦੇ ਕਹਿੰਦੇ ਆਪਰੇਸ਼ਨ ਹੀ ਹੱਲ ਵੀ ਇਹਦਾ ਕੋਈ ਨਹੀਂ ਗਾ, ਮਤਲਬ ਆਪਰੇਸ਼ਨ ਇਸ ਤਰ੍ਹਾਂ ਬਿਲਕੁਲ ਦਵਾਈ ਨਾਲ ਇਹ ਵੀ ਪੱਥਰੀ ਜਿੱਡੀ ਮਰਜ਼ੀ ਹੈ ਪਿੱਤੇ ਦੀ ਉਹ ਨਿਕਲ ਜਾਂਦੀ ਹੈ। ਟਾਈਮ ਥੋੜ੍ਹਾ ਬਹੁਤਾ ਵੱਧ ਘੱਟ ਲੱਗ ਜਾਂਦਾ, ਪੱਥਰੀ ਬਿਲਕੁਲ ਨਿਕਲ ਜਾਂਦੀ ਹੈ। ਇਹਦਾ ਬਣਨ ਦਾ ਕਾਰਨ ਕੀ ਹੁੰਦਾ? ਇਹ ਸਾਡੇ ਜਿਹੜੇ ਖਾਦ ਖੁਰਾਕਾਂ ਖਾਂਦੇ ਅਸੀਂ, ਕੈਮੀਕਲ ਜਿਹੜੇ ਖਾ ਰਹੇ ਉਹਨਾਂ ਦੇ ਸਾਰਾ ਇਹ ਬਲੱਡ ਹੀ ਹੁੰਦਾ ਇੱਕ ਬਲੱਡ, ਉਹਦਾ ਰੂਪ ਪੱਥਰ ਦਾ ਰੂਪ ਧਾਰਨ ਕਰ ਲੈਂਦਾ। ਸੋ ਇਹ ਸਨ ਵੈਦ ਕਮਲਜੀਤ ਸਿੰਘ ਜੀ, ਜਿਨ੍ਹਾਂ ਤੋਂ ਆਪਾਂ ਜਾਣਕਾਰੀ ਲਈ, ਅਤੇ ਆਪਾਂ ਗਾਏ ਬਗਾਏ ਤੁਹਾਡੀ ਇਹਨਾਂ ਦੇ ਨਾਲ ਮੁਲਾਕਾਤ ਕਰਾਉਂਦੇ ਹੀ ਰਵਾਂਗੇ। ਅਗਲੀ ਲੜੀ ਦੇ ਵਿੱਚ ਫਿਰ ਆਪਾਂ ਕਿਸੇ ਹੋਰ ਸਮੱਸਿਆਵਾਂ ਜਿਹੜੀਆਂ ਹੈਗੀਆਂ ਸਾਡੇ ਸਰੀਰ ਨਾਲ ਸੰਬੰਧਿਤ ਉਸ ਟੌਪਿਕ 'ਤੇ ਗੱਲ ਕਰਾਂਗੇ। ਦਰਸ਼ਕੋ, ਤੁਹਾਡੀ ਡਿਮਾਂਡ ਸੀ ਤਾਂ ਅੱਜ ਆਪਾਂ ਵੈਦ ਜੀ ਦੇ ਨਾਲ ਸ਼ੂਗਰ ਦੇ ਬਾਰੇ, BP ਦੇ ਬਾਰੇ, ਔਰ ਜਿਹੜੀ ਸਭ ਤੋਂ ਮੇਜਰ ਇਹਨਾਂ ਨੇ ਦੱਸੀ ਆ ਪ੍ਰੋਬਲਮ, ਉਹ ਹੈਗੀ ਆ ਯੂਟਰਸ ਦੇ ਵਿੱਚ ਜਿਹੜੀ ਖਰਾਬੀ ਆਉਂਦੀ ਆ ਔਰ ਰਸੌਲੀ ਬਣਦੀ ਹੈ। ਕਈ ਵਾਰੀ ਕੈਂਸਰ ਦਾ ਵੀ ਮੇਰੇ ਖਿਆਲ ਰੂਪ ਧਾਰਨ ਕਰ ਲੈਂਦੇ। ਉਹ ਬਹੁਤ ਵੱਡੀ ਸਮੱਸਿਆ ਆ ਰਹੀ ਹੈ, ਉਹਦੇ ਕਾਰਨ ਵੀ ਤੁਹਾਡੇ ਨਾਲ ਸਾਂਝੇ ਕੀਤੇ ਨੇ, ਉਹਦਾ ਇਲਾਜ ਵੀ ਸਾਂਝਾ ਕੀਤਾ, ਪਰਹੇਜ਼ ਕਿੱਦਾਂ ਕਰਨਾ ਹੈਗਾ ਉਹ ਵੀ ਸਾਂਝ ਪਾਈ ਆ। ਅਤੇ ਇਸੇ ਤਰ੍ਹਾਂ ਇਸ ਲੜੀ ਨੂੰ ਆਪਾਂ ਜਾਰੀ ਰੱਖਾਂਗੇ ਅਤੇ ਕੋਸ਼ਿਸ਼ ਕਰਾਂਗੇ ਤੁਹਾਡੀ ਡਿਮਾਂਡ 'ਤੇ ਕਿ ਮਹੀਨੇ ਦੇ ਵਿੱਚ ਆਪਾਂ 2 ਵੀਡੀਓਜ਼ ਜਿਹੜੀਆਂ ਹੈਗੀਆਂ ਤੁਹਾਡੇ ਨਾਲ ਵੈਦ ਜੀ ਦੀਆਂ ਸਾਂਝੀਆਂ ਕਰਿਆ ਕਰਾਂਗੇ। ਸੋ ਸਾਨੂੰ ਦਿਓ ਇਜਾਜ਼ਤ। ਕੈਮਰਾਮੈਨ ਦੇ ਨਾਲ ਮੈਂ ਪਰਮਵੀਰ ਕੌਰ, ਕਿਚਕਈਏ TV ਚੈਨਲ ਤੋਂ। ਧੰਨਵਾਦ।